विद्यार्थियों, नावल रूपधारा दा तीजा कांड आपां शुरू करन लगे। तीजा एपीसोड। घर आके मालन ने जगरूप नूं कुछ पुछण दी थां होर डूंघियां नज़रां नाल ताड़ना शुरू कर दिता। जगरूप नूं पूर्ण विश्वास सी जे बेजी केसर बारे जरूर पुछेगी, पर मालन दी ਇਹ ਪੀੜੀ ਚੁੱਪ ਵੀ ਉਸਨੂੰ ਪੂਰੀ ਤੋੜ ਰਹੀ ਸੀ। ਜਿਵੇਂ ਉਹ ਪਿਤਾ ਜੀ ਦੀਆਂ ਪਾੜ ਖਾਣੀਆਂ ਝਾਕੜੀਆਂ ਤੋਂ ਡਰ ਕੇ ਕੰਬਿਆ ਕਰਦੀ ਸੀ, ਉਸ ਤਰ੍ਹਾਂ ਹੀ ਉਹ ਮਾਲਣ ਤੋਂ ਸਹਿਮੀ ਫਿਰ ਰਹੀ ਸੀ। ਮਾਲਣ ਨੂੰ ਸ਼ੱਕ ਜ਼ਰੂਰ ਪੈ ਗਈ ਸੀ, ਪਰ ਠੋਸ ਸਬੂਤ ਕੋਈ ਨਹੀਂ ਸੀ। ਉਹ ਜਗਰੂਪ ਦੀਆਂ ਹਰਕਤਾਂ ਤਾੜਦੀ ਰਹੀ। ਉਸਨੂੰ ਇਹ ਵੀ ਡਰ ਸੀ ਕਿ ਨਾ ਜਾਣੇ ਪੁੱਛਣ ਤੇ ਕੁੜੀ ਕੁਝ ਕਰ ਬੈਠੇ। ਜ਼ਿਲ੍ਹੇਦਾਰ ਨੂੰ ਦੱਸਣ ਦਾ ਕੁਝ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਪੈਂਦੀ ਸੱਟ ਹੀ ਮਾਂ ਧੀ ਦੋਹਾਂ ਨੂੰ ਘਰੋਂ ਕੱਢਣ ਲਈ ਤਿਆਰ ਹੋ ਜਾਣਾ ਸੀ। ਮਾਲਣ ਆਪਣੀ ਥਾਂ ਦੁਬਿਧਾ ਵਿੱਚ ਫਸੀ ਹੋਈ ਸੀ ਤੇ ਜਗਰੂਪ ਦਾ ਉਸ ਤੋਂ ਕਿਤੇ ਵੱਧ ਬੁਰਾ ਹਾਲ ਸੀ। ਜਗਰੂਪ ਕੋਲ ਕੋਈ ਸਹੇਲੀ ਨਹੀਂ ਸੀ। ਸਤਵੰਤ ਹੁੰਦੀ ਤਦ ਉਸ ਨਾਲ ਕਿਹੜਾ ਦਿਲ ਸਾਂਝਾ ਕਰ ਲੈਣਾ ਸੀ। ਲੈ ਦੇ ਕੇ ਉਸ ਦੀ ਬੇਜੀ ਹੀ ਸਭ ਕੁਝ ਸੀ, ਜਿਹੜੀ ਉਸ ਦੀ ਚੋਰੀ ਫੜੀ ਜਾਣ ਪਿੱਛੋਂ ਵਿਰੋਧੀ ਬਣ ਗਈ ਸੀ। ਭਲਾ ਜੀ ਮੈਂ ਨਾ ਮੁਸਕਰਾਉਂਦੀ, ਪਰ ਦੁੱਖ ਤਾਂ ਇਹ ਹੈ ਕਿ ਮੁਸਕਰਾਈ ਕਿਉਂ? ਹੁਣ ਮੈਂ ਬੇਜੀ ਨੂੰ ਕਿਹੜੀਆਂ ਅੱਖਾਂ ਨਾਲ ਵੇਖਾਂ? ਰੂਪ, ਇਦੋਂ ਤਾਂ ਤੂੰ ਮਾਰੀ ਜਾ। ਕੁੜੀ ਅਗਲੇ ਦਿਨ ਸਾਰੀ ਦਿਹਾੜੀ ਉਦਾਸ ਅਤੇ ਭੈੜੀ ਪਈ ਰਹੀ। ਸ਼ਾਮੀ ਇੱਕ ਵਾਰ ਪਿਛਵਾੜੇ ਜਾ ਕੇ ਰੋ ਵੀ ਪਈ। ਕਾਸ਼ ਮੈਂ ਮਰਨ ਤੋਂ ਪਹਿਲਾਂ ਵਰਗੀ ਸੱਚੀ ਸੁੱਚੀ ਜਗਰੂਪ ਬੇਜੀ ਨੂੰ ਦਿਸ ਪਵਾਂ। ਮਰਨ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਸੋਚ ਸਕਦੀ। ਹੁਣ ਮੈਂ ਬੇਜੀ ਦੇ ਕਿਸੇ ਕੰਮ ਨਹੀਂ ਆ ਸਕਦੀ। ਜਿਉਂ ਹੀ ਉਸ ਅੱਖਾਂ ਪਹੁੰਚੀਆਂ, ਗੁਲਾਬ ਦੇ ਖਿੜੇ ਫੁੱਲਾਂ ਉੱਤੋਂ ਦੀ ਸੁਨਸਾਨ ਤੇ ਸੁਰਮਈ ਸੜਕ ਰਾਤ ਦੀ ਮਾਂਗ ਵਾਂਗ ਦੂਰ ਤੱਕ ਦਰਖਤਾਂ ਵਿੱਚ ਅਲੋਪ ਹੋ ਰਹੀ ਸੀ। ਸਗੋਂ ਭਰੇ ਮਨ ਨੂੰ ਹੌਲਾ ਕਰਨ ਲਈ ਆਈ ਸੀ। ਪਿਛਵਾੜੇ ਆ ਕੇ ਉਸਨੂੰ ਕੇਸਰ ਦਾ ਖਿਆਲ ਆ ਗਿਆ। ਜਿਉਂ ਹੀ ਉਹ ਕੇਸਰ ਦੀ ਮੁਸਕਰਾਉਂਦੀ ਸ਼ਕਲ ਅਨੁਭਵ ਵਿੱਚ ਦੇਖੀ, ਨਫ਼ਰਤ ਨਾਲ ਧੁੜਤਰੀ ਲੈ ਕੇ ਉੱਠ ਖੜੋਤੀ ਤੇ ਮਜ਼ਬੂਤ ਇਰਾਦੇ ਨਾਲ ਪਿਛਵਾੜਾ ਤਿਆਗ ਦਿੱਤਾ। ਰਸੋਈ ਵਾਲੀ ਖਿੜਕੀ ਚੋਂ ਜਗਰੂਪ ਨੂੰ ਆਉਂਦਿਆਂ ਵੇਖ ਮਾਲਣ ਪਿਛਾਂ ਹਟ ਗਈ। ਉਸ ਰਸੋਈ ਦੇ ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਮਾਲਣ ਨੇ ਅੱਜ ਉਸਨੂੰ ਓਪਰੇ ਮਨ ਨਾਲ ਵੀ ਨਹੀਂ ਬੁਲਾਇਆ ਸੀ, ਪਰ ਸਾਰੇ ਗੁੱਸੇ ਉੱਤੇ ਉਸ ਦਾ ਚੰਗੀ ਤਰ੍ਹਾਂ ਕਾਬੂ ਸੀ। ਹੁਣ ਉਸਨੂੰ ਯਕੀਨ ਹੋ ਗਿਆ ਕਿ ਗੱਲ ਕੋਈ ਵੀ ਨਹੀਂ ਸੀ, ਪਰ ਇਹ ਅੱਗੇ ਵਾਂਗ ਮੇਰੇ ਨਾਲ ਬੋਲਦੀ ਕਿਉਂ ਨਹੀਂ? ਉਹ ਘੱਟ ਬੋਲਣਾ ਇਹਦੀ ਆਦਤ ਹੀ ਬਣ ਗਈ ਏ। ਸ਼ੱਕ, ਸਵਾਲ ਤੇ ਉਹਨਾਂ ਦੇ ਜਵਾਬ ਉਸਦੇ ਅੰਦਰੋਂ ਹੀ ਉਗਮ ਰਹੇ ਸਨ। ਖਿਆਲਾਂ ਦੀ ਖਿੱਚੋਤਾਣ ਤੇ ਜਜ਼ਬਾਤ ਦੀ ਤੇਜ਼ ਰੋਹ ਅੱਗੇ ਉਹ ਬਹੁਤਾ ਸਮਾਂ ਆਪਣੇ ਤੇ ਕਾਬੂ ਨਾ ਰੱਖ ਸਕੀ। ਉਸ ਮਨ ਨਾਲ ਫੈਸਲਾ ਕਰ ਲਿਆ ਕਿ ਮਰ ਜ਼ਰੂਰ ਜਾਣਾ ਏ ਤੇ ਮਰਨ ਤੋਂ ਪਹਿਲਾਂ ਬੇਜੀ ਨੂੰ ਸਭ ਕੁਝ ਦੱਸ ਕੇ ਜਾਣਾ ਏ। ਉਸ ਦਾ ਚੈਨ ਅਸਲੋਂ ਜਾਂਦਾ ਰਿਹਾ। ਇੱਕ ਬੇਕਰਾਰੀ ਵਾਲ ਵਿੱਚ ਸੱਲ ਚੁਭੋ ਰਹੀ ਸੀ। ਮੈਂ ਕਿਵੇਂ ਮਰਾਂ? ਬੇਜੀ ਨੂੰ ਕਿਵੇਂ ਦੱਸਾਂ? ਕੁਝ ਵੀ ਤਾਂ ਨਹੀਂ ਹੋ ਸਕਦਾ। ਉਹ ਫਿਰ ਘਬਰਾ ਕੇ ਪਿਛਵਾੜੇ ਚਲੀ ਗਈ। ਫੁੱਲਾਂ ਭਰੀ ਗੁਲਾਬ ਦੀ ਵਾੜੋਂ ਪਾਰ ਉਸ ਕੇਸਰ ਨੂੰ ਦੇਖ ਲਿਆ। ਉਹ ਕਿਸੇ ਦੀ ਉਡੀਕ ਵਿੱਚ ਸੀ। ਜਗਰੂਪ ਉਸਨੂੰ ਦੇਖ ਕੇ ਖੁਸ਼ ਨਾ ਹੋਈ, ਸਗੋਂ ਧੜਕਦੇ ਦਿਲ ਨਾਲ ਆਲੇ ਦੁਆਲੇ ਦੇਖਣ ਲੱਗ ਪਈ। ਘਸਮੈਲੀ ਸ਼ਾਮ ਵਿੱਚ ਉਹਨਾਂ ਦੋਹਾਂ ਬਿਨਾਂ ਕੋਈ ਨਹੀਂ ਸੀ। ਕੇਸਰ ਦਾ ਚਿਹਰਾ ਵੀ ਉਦਾਸ ਸੀ। ਉਹ ਚਿਹਰਾ ਕਰਕੇ ਵਾੜ ਕੋਲ ਹੁੰਦਾ ਹੋਇਆ ਬੋਲਿਆ, ਆਉਣਾ ਬਿਲਕੁਲ ਨਹੀਂ ਸੀ ਚਾਹੁੰਦਾ, ਪਰ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਮਜਬੂਰ ਸਮਝ ਕੇ ਖਿਮਾ ਕਰੀ। ਮੈਂ ਇੱਕ ਹੀ ਗੱਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਸੱਚੇ ਦਿਲੋਂ ਮੁਸਕਰਾਏ ਸੀ ਜਾਂ ਬਾਕੀ ਦੀ ਗੱਲ ਉਸ ਜਗਰੂਪ ਦੇ ਸਮਝਣ ਲਈ ਅਧੂਰੀ ਛੱਡ ਦਿੱਤੀ? ਜਗਰੂਪ ਦੇ ਬੁੱਲ ਕੰਬੀ ਜਾ ਰਹੇ ਸਨ। ਮੂੰਹ ਜ਼ੋਰ ਧੜਕਣ ਕਾਰਨ ਉਸ ਲਈ ਖਲੋਣਾ ਔਖਾ ਹੋ ਰਿਹਾ ਸੀ। ਉਸਦੇ ਹੋਸ਼ ਕਦੋਂ ਦੇ ਗਵਾਚ ਚੁੱਕੇ ਸਨ। ਉਸ ਪੂਰੀ ਗੱਲ ਵੀ ਨਹੀਂ ਸੁਣੀ ਸੀ।
ਉਸ ਘਬਰਾ ਕੇ ਇੱਕ ਵਾਰ ਹੀ ਪੁਕਾਰਿਆ, ਤੁਸੀਂ ਚਲੇ ਜਾਓ। ਮੈਂ ਕਿਹਾ, ਜੀ 1 ਮਿੰਟ। ਨਹੀਂ ਨਹੀਂ, ਬਸ। ਉਸ ਜ਼ੋਰ ਜ਼ੋਰ ਦੀ ਸਿਰ ਹਿਲਾਉਂਦਿਆਂ ਸੜਕ ਵੱਲ ਹੱਥ ਦਾ ਇਸ਼ਾਰਾ ਕਰ ਦਿੱਤਾ। ਅਤ ਮਾਯੂਸ ਕੇਸਰ ਆਖਰੀ ਝੱਤ ਪਾ ਕੇ ਭੌਂ ਪਿਆ। ਕਾਕਾ, ਜਿਉਂ ਹੀ ਕੇਸਰ ਤੇ ਜਗਰੂਪ ਨੇ ਪਛਾਂ ਪਾਉ ਕੇ ਮਾਲਣ ਨੂੰ ਆਉਂਦਿਆਂ ਦੇਖਿਆ, ਉਹ ਥਾਂ ਪਰ ਥਾਂ ਗੱਡੇ ਗਏ। ਕੇਸਰ ਨੇ ਡਰ ਅਨੁਭਵ ਕਰਕੇ ਕਾਹਲੀ ਕਾਹਲੀ 2 ਕਦਮਾਂ ਪੁੱਟ ਲਈ। ਕਾਕਾ, ਮੇਰੀ ਗੱਲ ਸੁਣ ਕੇ ਨਿਸ਼ੰਗ ਚਲਿਆ ਜਾਵੀਂ। ਉਸਦੀ ਆਵਾਜ਼ ਵਿੱਚ ਭਰਪੂਰ ਸ਼ਾਂਤੀ ਸੀ। ਤੁਰ ਜਾਣ ਦਾ ਇਰਾਦਾ ਰੱਖਦਾ ਵੀ ਕੇਸਰ ਰੁਕ ਗਿਆ। ਮਾਲਣ ਦੀ ਠਰਮੇ ਭਰੀ ਆਵਾਜ਼ ਤੋਂ ਉਸਦਾ ਅੱਧ ਪਚੱਧ ਭੈ ਲੈ ਗਿਆ ਸੀ। ਜਗਰੂਪ ਇੱਕਦਮ ਅੰਦਰ ਚਲੀ ਗਈ। ਕਾਕਾ, ਤੇਰਾ ਨਾਂ ਕੀ ਹੈ? ਹੁਣ ਮਾਲਣ ਭਾਵਕ ਹੋ ਕੇ ਇੱਕ ਤਰ੍ਹਾਂ ਮੁੰਡੇ ਨੂੰ ਘੂਰ ਰਹੀ ਸੀ। ਮਾਲਣ ਦੀ ਨਰਮ ਆਵਾਜ਼ ਕਾਰਨ ਰੌਲਾ ਪੈ ਜਾਣ ਦਾ ਡਰ ਹੁਣ ਕੇਸਰ ਦੇ ਮਨ ਚੋਂ ਜਾਂਦਾ ਰਿਹਾ ਸੀ। ਉਸ ਆਪਣੀ ਹੋਸ਼ ਨੂੰ ਕਾਬੂ ਕਰਦਿਆਂ ਕਿਹਾ, ਤੁਸੀਂ ਮੇਰੇ ਮਾਤਾ ਜੀ ਵਰਗੇ ਹੋ। ਮੈਂ ਤੁਹਾਡੇ ਅੱਗੇ ਝੂਠ ਬਿਲਕੁਲ ਨਹੀਂ ਬੋਲਾਂਗਾ। ਤੁਹਾਡੀ ਧੀ ਅਸਲੋਂ ਨਿਰਦੋਸ਼ ਹੈ। ਸਾਰਾ ਕਸੂਰ ਮੇਰਾ ਹੈ। ਮੈਂ ਤੁਹਾਡੇ ਪੈਰੀ ਪੈਣਾ ਹਾਂ। ਮੈਨੂੰ ਮਾਫ ਕਰ ਦਿਓ। ਲੱਜਿਆਵਾਨ ਕੇਸਰ ਦੋਸ਼ੀਆਂ ਵਾਂਗ ਨੀਵੀਂ ਪਾਈ ਖਲੋਤਾ ਸੀ। ਕਾਕਾ, ਮੈਂ ਤੇਰਾ ਨਾਂ ਪੁੱਛਿਆ ਏ। ਮਾਂ ਜੀ, ਮਾਫ ਹੀ ਕਰੋ ਨਾ। ਨਹੀਂ, ਤੂੰ ਆਪਣਾ ਨਾਂ ਦੱਸ। ਜੀ ਕੇਸਰ। ਬਾਪ ਦਾ? ਕੇਸਰ ਨੇ ਪਲਕ ਅੱਖਾਂ ਉੱਚੀਆਂ ਕੀਤੀਆਂ। ਤੁਸੀਂ ਪਿਤਾ ਤੱਕ ਨਾ ਜਾਓ, ਮੈਂ ਤੁਹਾਡੀ ਮਿਹਨਤ ਕਰਦਾ ਹਾਂ। ਕੇਸਰ ਨੇ ਹੱਥ ਜੋੜ ਦਿੱਤੇ। ਨਹੀਂ, ਤੂੰ ਦੱਸ। ਮਾਲਣ ਅਡੋਲ ਬਿਨਾਂ ਕਾਹਲੇ ਪੈਣ ਦੇ ਪੁੱਛੀ ਜਾ ਰਹੀ ਸੀ। ਜੀ ਸਰਦਾਰ ਦੁੱਲਾ ਸਿੰਘ। ਕਿਹੜੀ ਬਸਤੀ ਰਹਿੰਦੇ ਹੋ? ਕੇਸਰ ਨੇ ਇੱਕ ਵਾਰ ਮਾਲਣ ਵੱਲ ਹੋਰ ਦੇਖਿਆ। ਉਸ ਨੂੰ ਨਿਸ਼ਚਾ ਹੋ ਗਿਆ, ਉਲਾਂਭਾ ਜ਼ਰੂਰ ਕਰ ਜਾਵੇਗਾ। ਉਹ ਇੱਕ ਪਲ ਰੁਕ ਗਿਆ। ਉਸ ਚਾਹਿਆ ਗਲਤ ਥਾਂ ਦੱਸ ਦੇਵਾਂ, ਪਰ ਇਹ ਉਸ ਨੂੰ ਗੁਨਾਹ ਜਾਪਿਆ। ਮੁਫਤ ਵਿੱਚ ਬਾਤ ਦਾ ਪਤੰਗੜ ਬਣ ਗਿਆ ਸੀ। ਉਹ ਜੀ ਕਰੜਾ ਕਰਕੇ ਸੱਚ ਕਹਿ ਦਿੱਤਾ, ਜੀ ਪਿੰਡ ਸ਼ੇਰਿਆਣਾ। ਇੱਥੇ ਕਾਲਜ ਪੜ੍ਹਦਾ ਹੈ? ਜੀ। ਚੰਗਾ, ਜਾ, ਮੁੜ ਕੇ ਨਾ ਆਵੀਂ। ਕੇਸਰ ਧੰਨਵਾਦ ਕਰੇ ਬਿਨਾਂ ਹੀ ਤੁਰ ਪਿਆ। ਉਸਦੇ ਇਹ ਹਾਲ ਸੀ ਕਿ ਕਦਮ ਪੁੱਟਣੇ ਭਾਰੀ ਹੋ ਰਹੇ ਸਨ। ਘਰ ਨੂੰ ਮੁੜਦੀ ਮਾਲਣ ਸੁਤੇ ਹੀ ਰਸੋਈ 'ਚ ਅੰਦਰ ਝਾਕੀ, ਤਦ ਉਸਦੀਆਂ ਖਾਨਿਓ ਹੀ ਗਵਾਚ ਗਈਆਂ। ਜਗਰੂਪ, ਉਸ ਇੱਕ ਤਰ੍ਹਾਂ ਧਾ ਮਾਰੀ। ਉਸਦੀਆਂ ਚੌੜੀਆਂ ਅੱਖਾਂ ਪਾਟਣ ਤੇ ਆ ਗਈਆਂ। ਮੇਰੇ ਸਾਰੇ ਪਿਆਰਾਂ ਦਾ ਵਾਸਤਾ, ਮੇਰੀ ਇੱਕ ਗੱਲ ਸੁਣ ਲੈ, ਫਿਰ ਤੇਰੀ ਜਿਵੇਂ ਮਰਜ਼ੀ ਹੋਈ ਕਰੀ। ਜਗਰੂਪ ਪੈਟਰੋਲ ਨਾਲ ਭਿੱਜੀ ਤੀਲੀ ਬਾਲਣ ਹੀ ਵਾਲੀ ਸੀ। ਬਾਰੀ ਰਾਹ ਪੈਟਰੋਲ ਦੀ ਬੂ ਭੁੱਕੇ ਬਣ ਬਾਹਰ ਆ ਰਹੀ ਸੀ। ਉਹ ਬੇਜੀ ਦੀ ਨਿਮਾਣੀ ਹਾਲਤ ਦੇਖ ਕੇ ਰੁਕ ਗਈ। ਜਦ ਤੱਕ ਮੈਂ ਅੰਦਰ ਨਾ ਆਵਾਂ ਤੂੰ ਕੁਝ ਨਾ ਕਰੀ। ਮਾਲਣ ਦੀਆਂ ਅੱਖਾਂ ਵਾਸਤਾ ਪਾਉਂਦੀਆਂ ਹੋਈਆਂ ਕਹਿ ਰਹੀਆਂ ਸਨ। ਜਗਰੂਪ ਨੇ ਸਿਰ ਹਿਲਾ ਕੇ ਹਾਮੀ ਭਰੀ। ਮਾਲਣ ਨੇ ਹੋਣੀ ਵਰਤਦੀ ਨੂੰ ਰੋਕ ਲਿਆ ਤੇ ਦੇਰ ਕਰਨੀ ਜਿੱਤੀ ਬਾਜੀ ਹੱਥੋਂ ਗਵਾਉਣਾ ਸੀ। ਉਤੋਂ ਦੀ ਨੱਠ ਕੇ ਆ ਗਈ ਤੇ ਆਉਂਦਾ ਹੀ ਝਪਟਾ ਮਾਰ ਕੇ ਡੱਬੀ ਖੋਲੀ। ਛੇਤੀ ਆਪਣੇ ਪਿਤਾ ਜੀ ਤੇ ਹਰਨੇਕ ਦੇ ਆਉਣ ਤੋਂ ਪਹਿਲਾਂ ਕੱਪੜੇ ਬਦਲ ਸੁੱਟ। ਇਹਨਾਂ ਨੂੰ ਇਸੇ ਤਰ੍ਹਾਂ ਹੀ ਕਿਤੇ ਬੰਦ ਕਰ ਦੇ। ਬਾਕੀ ਦੀ ਗੱਲ ਫੇਰ ਦੱਸਾਂਗੇ। ਉਸ ਨੂੰ ਖਿੱਚ ਕੇ ਅੰਦਰ ਲੈ ਗਈ। ਮਾਲਣ ਸਾਰੀ ਕੰਬੀ ਜਾ ਰਹੀ ਸੀ। ਜਗਰੂਪ ਅਸਲੋਂ ਗੁੰਮ ਹੋ ਗਈ ਸੀ। ਉਸ ਨੂੰ ਪਤਾ ਨਹੀਂ ਸੀ ਉਸ ਤੋਂ ਕੀ ਕਰਵਾਇਆ ਜਾ ਰਿਹਾ ਹੈ। ਮਾਲਣ ਨੇ ਉਸ ਨੂੰ ਧੀਰਜ ਤੇ ਤਸੱਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਮਲੀਏ, ਤੂੰ ਕਿਉਂ ਆਪਣਾ ਆਪ ਸਾੜਨ ਲੱਗੀ ਸੀ? ਮੇਰੇ ਦਿਲ 'ਚ ਤਾਂ ਤੇਰੇ ਬਾਰੇ ਭੋਰਾ ਮੈਲ ਨਹੀਂ। ਉਹ ਮੁੰਡਾ ਆਖਦਾ ਸੀ, ਤੇਰਾ ਤਾਂ ਨਹੁੰ ਜਿੰਨਾ ਵੀ ਕਸੂਰ ਨਹੀਂ। ਚੰਦਰੀਏ, ਤੂੰ ਤਾਂ ਲੋੜਾ ਹੀ ਮਾਰ ਘੱਤਿਆ ਸੀ। ਉਸਦਾ ਹਾਲੇ ਤੱਕ ਕਾਂਬਾ ਹੀ ਨਹੀਂ ਹਟਿਆ ਸੀ। ਪੌੜੀ ਹੋਈ ਵੀ ਉਹ ਹੋਸ਼ ਤੋਂ ਕੰਮ ਲੈ ਰਹੀ ਸੀ। ਪੈਟਰੋਲ ਦੀ ਬੂ ਨਹੀਂ ਜਾਣੀ, ਤੂੰ ਛੇਤੀ ਕਰ, ਮੈਂ ਪਾਣੀ ਦਾ ਪਤੀਲਾ ਗਰਮ ਕਰਦੀ ਆਂ। ਚੁੱਲ੍ਹਾ ਵੀ ਠੰਡਾ ਹੋ ਗਿਆ ਹੋਣਾ ਏ। ਉਹ ਝੱਟ ਹੀ ਬਾਹਰ ਨਿਕਲ ਗਈ। ਉਸ ਆਪਣਾ ਆਪ ਤੋੜਦੀ ਨੇ ਇਸ ਲਾਂਬੂ ਬਣਦੀ ਖਤਰਨਾਕ ਘਟਨਾ ਉੱਤੇ ਪਾਣੀ ਫੇਰ ਦਿੱਤਾ ਅਤੇ ਇਸ ਦੀ ਰਤਾ ਜਿੰਨੀ ਵੀ ਚੂਕ ਬਾਹਰ ਨਾ ਨਿਕਲਣ ਦਿੱਤੀ। ਜਗਰੂਪ ਲਈ ਸਮਝਣਾ ਔਖਾ ਹੋ ਰਿਹਾ ਸੀ ਕਿ ਬੇਜੀ ਕਿਸ ਮਿੱਟੀ ਦੀ ਬਣੀ ਹੈ ਜਿਹੜਾ ਪਿਘਲੇ ਸ਼ੀਸ਼ਾ ਤੱਕ ਹਜ਼ਮ ਕਰੀ ਜਾ ਰਹੀ ਹੈ।
ਪੈਟਰੋਲ ਪਾਉਣ ਵਾਲੀ ਘਟਨਾ ਪਿੱਛੋਂ ਮਾਲਣ ਨੇ ਜਗਰੂਪ ਦੀ ਕੁਝ ਵਧੇਰੇ ਹੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਪਰ ਉਹ ਜਗਰੂਪ ਨੂੰ ਕਿਸੇ ਤਰ੍ਹਾਂ ਵੀ ਸ਼ੱਕ ਦਾ ਅਹਿਸਾਸ ਨਹੀਂ ਹੋਣ ਦਿੰਦੀ ਸੀ। ਉਸ ਕੇਸਰ ਬਾਰੇ ਇੱਕ ਸ਼ਬਦ ਤੱਕ ਨਾ ਫੁੱਟਿਆ। ਕੁੜੀ ਦੀ ਮਾਨਸਿਕਤਾ ਨੂੰ ਉਸ ਮਾਂ ਹੁੰਦਿਆਂ ਸਾਹ ਦੇ ਹੌਕੇ ਤੱਕ ਜਾਣ ਲਿਆ ਸੀ। ਉਹ ਜਗਰੂਪ ਨੂੰ ਹਸਾ ਕੇ ਸਾਰੀਆਂ ਭੈੜੀਆਂ ਗੱਲਾਂ ਭੁਲਾਉਣ ਦਾ ਯਤਨ ਕਰਦੀ ਤੇ ਉਸ ਦੀ ਮਾਂ ਬਣਨ ਨਾਲੋਂ ਸਹੇਲੀ ਦਰਸਾਉਣਾ ਸ਼ੁਰੂ ਕਰ ਦਿੱਤਾ। ਜਗਰੂਪ ਲਈ ਬੇਜੀ ਦਾ ਨਵਾਂ ਵਰਤਾਰਾ ਅਸਚਰਜਤਾ ਪੈਦਾ ਕਰ ਰਿਹਾ ਸੀ। ਦਿਨ ਪਿੱਛੋਂ ਉਹ ਸਹਿਨਸ਼ੀਲਤਾ ਹੁੰਦੀ ਗਈ, ਪਰ ਉਸ ਦੀ ਇਹ ਸ਼ੱਕ ਅਹਿਸਾਸ ਤੋਂ ਵਿਸ਼ਵਾਸ ਵਿੱਚ ਬਦਲ ਗਈ ਕਿ ਮੈਂ ਬਾਲੜੀ ਦੀ ਹੈਸੀਅਤ ਵਿੱਚ ਪਰਚਾਈ ਜਾ ਰਹੀ ਹਾਂ। ਫਿਰ ਵੀ ਮਾਲਣ ਦੀਆਂ ਲਾਈਆਂ ਵਾਹਾਂ ਨੇ ਜਗਰੂਪ ਨੂੰ ਮੌਤ ਦੀ ਸ਼ਮਸ਼ਾਨ ਵਿੱਚੋਂ ਜ਼ਿੰਦਗੀ ਦੇ ਖੇੜੇ ਵਿੱਚ ਲੈ ਜਾਂਦਾ। ਮਾਲਣ ਦੇ ਸਾਹਮਣੇ ਜਗਰੂਪ ਨੂੰ ਮਰਨ ਵੱਲੋਂ ਮੋੜਨਾ ਹੀ ਨਹੀਂ ਸੀ, ਸਗੋਂ ਬੁਨਿਆਦੀ ਮਸਲਾ ਉਸਦੇ ਵਿਆਹ ਦਾ ਸੀ। ਕੇਸਰ ਦੀ ਗੱਲ ਪਿੱਛੋਂ ਇਸ ਸੋਚ ਦੀ ਧਾਰਾ ਤੇਜ ਤੋਂ ਵੀ ਕੋਈ ਫੌਰੀ ਨਤੀਜਾ ਪੈਦਾ ਕਰ ਸਕਦੀ ਸੀ। ਪਰ ਮਾਲਣ ਦੀ ਹਿੰਮਤ ਵੀ ਨਿਰਮੂਲ ਉਪਾਧੀਆਂ ਤੋਂ ਹਾਰ ਮੰਨਣ ਵਾਲੀ ਨਹੀਂ ਸੀ। ਇੱਕ ਦਿਨ ਮਾਲਣ ਨੇ ਜਗਰੂਪ ਨੂੰ ਪੁੱਛਿਆ, ਜੱਗੋ ਤੇਰਾ ਢਿਲਵੀਂ ਜਾਣ ਨੂੰ ਜੀ ਕਰਦਾ ਹੈ? ਉਹ ਆਪ ਪੇਕੀ ਜਾਣਾ ਚਾਹੁੰਦੀ ਸੀ, ਪਰ ਜਗਰੂਪ ਨੂੰ ਘਰੇ ਇਕੱਲੀ ਛੱਡ ਕੇ ਵੀ ਨਹੀਂ ਜਾਣਾ ਚਾਹੁੰਦੀ ਸੀ। ਨਹੀਂ ਬੇਜੀ, ਮੇਰਾ ਉੱਥੇ ਕੀ ਹੈ? ਜਗਰੂਪ ਨੇ ਕਦੇ ਕੋਈ ਮੰਗ ਨਹੀਂ ਕੀਤੀ ਸੀ, ਉਹ ਸੁਭਾਵਕ ਹੀ ਨਾ ਕਰ ਦਿੰਦੀ। ਪਰ ਢਿਲਵੀਂ ਨਾਂ ਨੇ ਉਸਦੇ ਦਿਲ ਵਿੱਚ ਇੱਕ ਲੰਮੀ ਚੀਸ ਜ਼ਰੂਰ ਪੈਦਾ ਕਰ ਦਿੱਤੀ ਸੀ। ਮੇਰਾ ਜਾਣ ਨੂੰ ਜੀ ਕਰਦਾ ਏ, ਮੈਂ ਚਾਹੁੰਦੀ ਹਾਂ ਤੂੰ ਵੀ ਚੱਲੇ। ਤੇਰੀ ਮਰਜ਼ੀ ਬੇਜੀ। ਜਿਵੇਂ ਬੇਜੀ ਦੀ ਮਰਜ਼ੀ ਹੀ ਉਸ ਦੀ ਮਰਜ਼ੀ ਹੋ ਕੇ ਰਹਿ ਗਈ ਸੀ। ਚੰਗਾ, ਫਿਰ ਚਿੱਠੀ ਲਿਖ ਦੇ। ਬੁੱਧਵਾਰ ਵਾਲੇ ਦਿਨ ਸਾਨੂੰ ਧਨੌਲਿਓਂ ਆ ਕੇ ਲੈ ਜਾਣਾ। ਮਾਲਣ ਪ੍ਰਸੰਨ ਸੀ ਕਿ ਜਗਰੂਪ ਨਾਲ ਜਾਣ ਨੂੰ ਤਿਆਰ ਹੋ ਗਈ ਸੀ। ਜਗਰੂਪ ਨੇ ਮਾਲਣ ਦੇ ਅੱਖ ਅਨੁਸਾਰ ਖਤ ਲਿਖ ਦਿੱਤਾ। ਹੁਣ ਰੂਪ ਨੂੰ ਆਪਣੇ ਸੱਕੇ ਮਾਂ-ਬਾਪ ਬਾਰੇ ਖਿਆਲ ਸਤਾਉਣ ਲੱਗੇ। ਖਬਰੇ ਉਹ ਮੈਨੂੰ ਕਿੰਨੇ ਚਾਵਾਂ ਨਾਲ ਪਾਲਦੇ। ਮੈਂ ਇਸ ਤਰ੍ਹਾਂ ਦੱਬੀ ਕੁੱਟੀ ਕਦੇ ਨਾ ਰਹਿੰਦੀ। ਅੜਿਆ, ਆਪਣੇ ਮਾਂ-ਬਾਪ ਆਪਣੇ ਹੀ ਹੁੰਦੇ ਆ, ਪਰ ਪਿਤਾ ਜੀ ਭਾਵੇਂ ਮੇਰਾ ਇਸ ਨਾਲੋਂ ਲੱਖ ਦਰਜੇ ਚੰਗਾ ਹੋਣਾ ਸੀ, ਪਰ ਬੇਜੀ ਜਿੰਨੀ ਚੰਗੀ ਮਾਂ ਕਦੇ ਹੋ ਸਕਦੀ ਸੀ? ਉਸ ਤੇ ਆ ਮੁਹਾਰੇ ਅਥਰੂ ਆ ਗਏ। ਮੈਂ ਉਹ ਘਰ ਦੇਖਾਂਗੀ ਜਿੱਥੇ ਮਾੜੀ ਕਿਸਮਤ ਨੂੰ ਜੰਮੀ ਸੀ। ਮਰਨ ਵਾਲਿਆਂ ਦੇ ਦੁੱਖ ਨਾਲ ਆਪਣਾ ਅਸਲ ਪੇਕਾ ਵੇਖਣ ਦੇ ਚਾਅ ਦੀ ਇੱਛਾ ਵੀ ਧੁਖ ਉੱਠੀ ਸੀ। ਬੁੱਧਵਾਰ ਨੂੰ ਸਵਾਰੀ ਉਹਨਾਂ ਨੂੰ ਧਨੌਲਿਓਂ ਆ ਕੇ ਲੈ ਗਈ। ਮਾਲਣ ਅਤੇ ਜਗਰੂਪ ਦੇ ਆਉਣ ਦੀ ਖਬਰ ਪੜ੍ਹ ਕੇ ਜਨਾਨੀਆਂ ਨੇ ਘਰ ਝਾੜ ਸਵਾਰ ਰੱਖੇ ਸਨ। ਉਹਨਾਂ ਦੇ ਆਉਣ ਨਾਲ ਘਰ ਵਿੱਚ ਖੁਸ਼ੀ ਦੀ ਲਹਿਰ ਫਿਰ ਗਈ। ਜਗਰੂਪ ਦੀ ਪ੍ਰਤੱਖ ਹੋਂਦ ਨੇ ਮਰ ਗਏ ਗੁਲਜ਼ਾਰੇ ਤੇ ਦੀਪੋ ਦੀਆਂ ਗੱਲਾਂ ਦੁਹਰਾਉਣ ਲਈ ਇੱਕ ਹੋਰ ਮੌਕਾ ਪੈਦਾ ਕਰ ਦਿੱਤਾ ਸੀ। ਆਂਢਣਾ ਗੁਆਂਢਣਾ ਜਗਰੂਪ ਨੂੰ ਹਿੱਕ ਨਾਲ ਲਾਲਾ ਪਿਆਰ ਦੇ ਰਹੀਆਂ ਸਨ। ਵੇਖ ਲੈ ਮਾਲਣੇ ਰੱਬ ਦੇ ਰੰਗ, ਕੌਣ ਆਖਦਾ ਸੀ ਕੁੜੀ ਬਚੇਗੀ? ਪਰ ਗੁਲਜ਼ਾਰੇ ਦਾ ਜੱਗ ਤੇ ਨਾ ਰਹਿਣਾ ਸੀ। ਬਿਰਧ ਚਾਚੀ ਨੇ ਮਾਲਣ ਦੀ ਵਡਿਆਈ ਚ ਆਖਿਆ, ਬੀਬੀ ਇਹ ਸਭ ਤੇਰੀ ਕਮਾਈ ਹੈ, ਸਹੁੰ ਬਚਨੇ ਦੀ। ਜਦੋਂ ਤੇਰੀਆਂ ਗੱਲਾਂ ਕਰਦੀਆਂ ਸਾਨੂੰ ਗਿੱਠ ਲਾਲੀ ਚੜ੍ਹਦੀ ਹੈ। ਚਾਚੀ, ਰੱਬ ਕਰਾਉਂਦਾ, ਬੰਦਾ ਕੀ ਕਰਨ ਜੋਗਾ। ਮਾਲਣ ਉੱਤਰ ਦੇ ਕੇ ਆਪਣੀ ਇੱਕ ਭਰਜਾਈ ਨਾਲ ਗੱਲੀਂ ਜੁਟ ਗਈ। ਜਗਰੂਪ ਨੂੰ ਹਾਣੀ ਭੈਣ ਨੇ ਉਸਦਾ ਘਰ ਵਿਖਾਇਆ। ਘਰ ਵੇਖਦਿਆਂ ਹੀ ਅਣਵੇਖੇ ਮਾਂ ਪਿਓ ਦੀ ਯਾਦ ਮੋਟੇ ਹੰਝੂ ਲੈ ਆਈ। ਉਸ ਇੱਕ ਥੰਮਲੇ ਨਾਲ ਮੋਢਾ ਜੋੜ ਲਿਆ। ਹੰਝੂ ਉਸਦੀਆਂ ਅੱਖਾਂ ਵਿੱਚ ਤਰ ਰਹੇ ਸਨ। ਉਸਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਹੁਣੇ ਅੰਦਰੋਂ ਨਿਕਲ ਕੇ ਉਹਦੀ ਮਾਂ ਬੁੱਕਲ ਚ ਲੈ ਲਵੇਗੀ ਤੇ ਉਸਦੇ ਸਾਰੇ ਦੁੱਖਾਂ ਨੂੰ ਇੱਕ ਹੀ ਚੁੰਮਣ ਨਾਲ ਪੀ ਜਾਵੇਗੀ। ਫਿਰ ਆਪਣੇ ਪਿਤਾ ਦੇ ਪੈਰਾਂ ਦੀ ਆਵਾਜ਼ ਸੁਣੀ। ਉਹ ਸਿਰ ਤੇ ਹੱਥ ਫੇਰ ਕਹਿ ਰਿਹਾ ਸੀ, ਮੇਰੀ ਜੱਗੋ, ਮੈਂ ਤੇਰੇ ਲਈ ਇੱਕ ਨਵੀਂ ਦੁਨੀਆ ਵਸਾ ਦਿਆਂਗਾ, ਜਿੱਥੇ ਇਸ ਚੰਦਰੀ ਦੁਨੀਆ ਦਾ ਬੁੱਲਾ ਤੱਕ ਨਾ ਆ ਸਕੇ। ਫੁੱਫ, ਉਹ ਜ਼ਾਰੋ-ਜ਼ਾਰ ਰੋਣ ਲੱਗ ਪਈ। ਉਸਨੂੰ ਕੋਈ ਪਤਾ ਨਹੀਂ ਸੀ ਇੰਨਾ ਰੋਣ ਕਿੱਥੋਂ ਰੁੜਿਆ ਆ ਰਿਹਾ ਹੈ। ਅਖੀਰ ਉਸਨੂੰ ਮਾਲਣ ਨੇ ਆ ਕੇ ਵਰਾਇਆ।
ਜੇ ਰੋਇਆ ਜੱਗੋ ਉਹ ਮੁੜ ਸਕਦੇ, ਮੇਰੇ ਜਿੰਨਾ ਕਿਸੇ ਨਹੀਂ ਰੋਣਾ। ਬਸ ਮੇਰੀ ਧੀ, ਆਖ ਅੱਖਾਂ ਭਰ ਆਈ ਮਾਲਣ ਨੇ ਉਸਨੂੰ ਬੁਲਾਉਣਿਆ। ਬਸ ਕਰ, ਐਵੇਂ ਨਾ ਅੱਖਾਂ ਦਾ ਨਾਸ ਮਾਰ। ਜਾਓ ਕੁੜੀਓ ਬਾਹਰ, ਫਿਰ ਤੁਰ ਆਓ। ਕੁੜੀਆਂ ਜਗਰੂਪ ਨੂੰ ਬਾਹਰ ਲੈ ਗਈਆਂ। ਉਹ ਉਹਨਾਂ ਨਾਲ ਬਾਹਰ ਤਾਂ ਆ ਗਈ, ਪਰ ਖੁੱਲ ਕੇ ਕੋਈ ਵੀ ਗੱਲ ਨਾ ਕਰ ਸਕੀ। ਐਨੀ ਛੇਤੀ ਉਹ ਕੁੜੀਆਂ ਨਾਲ ਕਿਹੜੀ ਗੱਲ ਕਰ ਸਕਦੀ ਸੀ? ਕੋਈ ਵੀ ਕੁੜੀ ਉਸਦੇ ਹਾਲਾਤ ਵਿੱਚੋਂ ਹੀ ਦੀ ਨਹੀਂ ਲੰਘੀ ਸੀ। ਇਸ ਤਰ੍ਹਾਂ ਜਿਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਉਹ ਕਰਦੀਆਂ ਰਹੀਆਂ, ਉਸੇ ਤਰ੍ਹਾਂ ਦਾ ਹੁੰਗਾਰਾ ਜਗਰੂਪ ਭਰਦੀ ਰਹੀ। ਮਾਲਣ ਤੇ ਜਗਰੂਪ 2 ਦਿਨ ਢਿੱਲਵੀਂ ਰਹੀਆਂ। ਮਾਲਣ ਨੇ ਰੂਪ ਤੋਂ ਚੋਰੀ ਆਪਣੇ ਭਰਾਵਾਂ ਨਾਲ ਕਬੀਲਦਾਰੀ ਦੀਆਂ ਗੱਲਾਂ ਕੀਤੀਆਂ। ਇਸ ਕੁੜੀ ਦਾ ਵਿਆਹ ਅਸਾਂ ਤੁਹਾਡੀ ਮਰਜ਼ੀ ਬਿਨਾਂ ਨਹੀਂ ਕਰਨਾ। ਮੈਂ ਪਾਲਣ ਵਾਲੀ ਸੀ, ਆਖਰ ਨੂੰ ਕੁੜੀ ਤਾਂ ਤੁਹਾਡੀ ਹੀ ਹੈ। ਹੁਣ ਇਹ ਵਿਆਹੁਣ ਵਾਲੀ ਹੈ, ਤੁਸੀਂ ਕੋਈ ਸਾਖ ਦੇਖੋ ਭਾਲੋ। ਮਾਲਣ ਨੇ ਸਿਆਣਪ ਨਾਲ ਵਿਆਹ ਦੇ ਖਰਚਿਆਂ ਬਾਰੇ ਵੀ ਇਸ਼ਾਰਾ ਦੇ ਦਿੱਤਾ। ਦੇਖ ਭੈਣ, ਉਸਦੇ ਭਰਾ ਹਰੀ ਸਿੰਘ ਨੇ ਵੱਡੇ ਹੋਣ ਦੀ ਹੈਸੀਅਤ ਵਿੱਚ ਉੱਤਰ ਦਿੱਤਾ, ਜੋ ਕੁਝ ਕਰਨਾ ਹੈ ਤੂੰ ਹੀ ਕਰਨਾ ਹੈ, ਤੈਨੂੰ ਕਿਹੜਾ ਦੁਪਿਆਰੀ ਹੈ। ਮੈਂ ਇਕੱਲੀ ਕਰਦੀ ਚੰਗੀ ਨਹੀਂ ਲੱਗਦੀ, ਆਪਾਂ ਰਲ ਕੇ ਕਰੀਏ, ਇਸੇ ਵਿੱਚ ਜੱਗ ਦੀ ਸੋਭਾ ਹੈ। ਹਾਂ ਧੀਏ, ਤੈਨੂੰ ਕੌਣ ਸਮਝਾਵੇ, ਬਿਰਧ ਚਾਚੀ ਨੇ ਮਾਲਣ ਦੀ ਪ੍ਰਸ਼ੰਸਾ ਵਿੱਚ ਆਖਿਆ। ਉਹ ਵਿਚਲੀ ਗੱਲ ਨਹੀਂ ਸਮਝੀ ਸੀ। ਬੀਬੀ, ਸਾਨੂੰ ਤੇਰੇ ਤੇ ਰੱਬ ਵਰਗਾ ਭਰੋਸਾ ਏ। ਤੂੰ ਕੁੜੀ ਦਾ ਨਾਂ ਥਾਂ ਲੈ, ਅਸੀਂ ਤੇਥੋਂ ਬਾਹਰ ਨਹੀਂ। ਕੁੜੀ ਦਾ ਰਿਸ਼ਤਾ ਮੈਂ ਤੁਹਾਡੇ ਹੱਥੀਂ ਕਰਾਉਣਾ ਹੈ, ਇਹ ਮੇਰੀ ਅਖੀਰੀ ਗੱਲ ਹੈ। ਮਾਲਣ ਨੇ 2 ਟੁਕ ਫੈਸਲੇ ਵਾਂਗ ਆਖਿਆ। ਹਰੀ ਸਿੰਘ ਨੇ ਥੋੜਾ ਸੋਚ ਕੇ ਆਖਿਆ, ਬੀਬੀ ਤੂੰ ਅੱਗੇ ਹੋ ਕੇ ਕਰੇਂਗੀ, ਅਸੀਂ ਨਾ ਨਹੀਂ ਕਰਦੇ। ਜੇ ਤੂੰ ਸਾਡਾ ਇੰਨਾ ਮਾਣ ਕਰਦੀ ਏ, ਅਸੀਂ ਤੇਰੀ ਗੱਲ ਵੀ ਨਹੀਂ ਮੋੜਦੇ। ਤਾਂ ਫਿਰ ਤੂੰ ਕੱਲ ਹੀ ਮੇਰੇ ਨਾਲ ਚੱਲ, ਕੰਮ ਉਹ ਜੋ ਹੋ ਜਾਵੇ। ਮੈਂ ਹਾੜੀ ਵੜਾ ਕੇ 4 ਕੁ ਦਿਨਾਂ ਤੱਕ ਆ ਜਾਵਾਂਗਾ, ਤੁਸੀਂ ਭਾਲ ਕਰੋ। ਹਰੀ ਸਿੰਘ ਨੇ ਇੱਕ ਤਰ੍ਹਾਂ ਬੇਨਤੀ ਕੀਤੀ। ਨਹੀਂ, ਝੂਠੀ ਗੱਲ ਹੈ, ਤੁਸੀਂ ਨਾਲ ਚੱਲੋ। ਮਾਲਣ ਨੇ ਥੋੜੀ ਚਿੱਤ ਕੀਤੀ। ਗੁਰਾਂ ਦੀ ਸਹੁੰ, ਅੱਜ ਤੋਂ ਚੌਥੇ ਨੂੰ ਮੈਂ ਤੁਹਾਡੇ ਕੋਲ ਖੜਾ ਹਾਂ। ਬੀਬੀ ਤੂੰ ਕੰਮ ਦੀ ਮੁਸ਼ਕਲ ਵੇਖ ਹੀ ਲਈਏ। ਹਰੀ ਸਿੰਘ ਨੇ 4 ਦਿਨ ਉਧਾਰੇ ਮੰਗ ਲਏ। ਮਾਲਣ ਤੇ ਰੂਪ ਅਗਲੇ ਦਿਨ ਵਾਪਸ ਆ ਗਈਆਂ। ਹਰੀ ਸਿੰਘ ਤੇ ਮਾਲਣ ਬੈਠਕ ਵਿੱਚ ਬੈਠੇ ਰੂਪ ਦੇ ਸਾਕ ਦੀਆਂ ਗੱਲਾਂ ਕਰ ਰਹੇ ਸਨ। ਉਹ ਆਪਣੇ ਇੱਕ ਸਾਰ ਤੇ ਆ ਗਿਆ ਸੀ। ਉਹ ਮਾਲਣ ਦੇ ਆਖਣ ਅਨੁਸਾਰ ਸ਼ੇਰਿਆਣੇ ਜਾ ਆਇਆ ਸੀ ਤੇ ਲੋੜੀਂਦੀ ਪੁੱਛ ਪੜਤਾਲ ਵੀ ਉਸਨੇ ਕਰ ਲਈ ਸੀ। ਹਰੀ ਸਿੰਘ ਤੋਂ ਮਾਲਣ ਨੇ ਇੱਕ ਫਰਜ਼ ਪੂਰਾ ਕਰਵਾਇਆ ਸੀ। ਉਂਝੋ ਪੁੱਛ-ਗਿੱਛ ਕੇ ਇਰਾਦਾ ਤਾਂ ਕਦੋਂ ਦਾ ਬਣਾ ਬੈਠੀ ਸੀ। ਹੁਣ ਦੋਵੇਂ ਭੈਣ ਭਰਾ ਵਿਉਂਤ ਬਣਾ ਰਹੇ ਸਨ, ਬੂੜ ਸਿੰਘ ਨੂੰ ਅੱਗੇ ਕਿਵੇਂ ਲਾਇਆ ਜਾਵੇ। ਮਾਲਣ ਨੇ ਥੋੜੇ ਬਹੁਤੇ ਲੋਕਲ ਪੇਟ ਬਿਨਾ ਸਾਰੀ ਗੱਲ ਹਰੀ ਸਿੰਘ ਨੂੰ ਦੱਸ ਕੇ ਆਪਣਾ ਹਮ ਖਿਆਲ ਬਣਾ ਲਿਆ। ਜ਼ਮੀਨ ਦੇ ਝਗੜੇ 'ਚ ਮਾਲਣ ਦਾ ਸਿਰ ਨਾ ਆਉਣਾ ਹਰੀ ਸਿੰਘ ਨੂੰ ਕਾਇਲ ਕਰ ਗਿਆ। ਮਾਲਣ ਦੀ ਕਰਨੀ ਤੇ ਜੇਰੇ ਅੱਗੇ ਉਹ ਕਿਸੇ ਤਰ੍ਹਾਂ ਵੀ ਸਿਰ ਨਹੀਂ ਚੁੱਕ ਸਕਦਾ ਸੀ। ਉਸ ਆਪਣੀ ਝਟਕੀ ਅਕਲ ਅਨੁਸਾਰ ਮਾਲਣ ਦੇ ਪਿੱਛੇ ਲੱਗਣਾ ਹੀ ਚੰਗਾ ਸਮਝਿਆ। ਬੂੜ ਦੀ ਦੁਪਹਿਰ ਦੀ ਰੋਟੀ ਖਾਣ ਮਗਰੋਂ ਘਰ ਆ ਗਿਆ। ਭੈਣ ਭਰਾ ਨੂੰ ਗੋਂਦਿਆਂ ਵੇਖ ਉਸਨੂੰ ਅੰਦਰੇ ਅੰਦਰ ਵੱਟ ਚੜ ਗਿਆ। ਉਹ ਕੱਲ ਸ਼ਾਮ ਦਾ ਹੀ ਰੂਪ ਦੇ ਸਾਕ ਬਾਰੇ ਕੁਸਮ-ਬਸਰ ਸੁਣ ਰਿਹਾ ਸੀ। ਭਾਵੇਂ ਕੁੜੀ ਨੂੰ ਵਿਆਹੁਣ ਬਾਰੇ ਉਹ ਥੋੜਾ ਬਹੁਤ ਆਪਣਾ ਫਰਜ਼ ਵਿੱਚ ਅਨੁਭਵ ਕਰ ਰਿਹਾ ਸੀ, ਪਰ ਉਸਨੂੰ ਆਪਣੀ ਜਿੱਦ ਪੂਰੀ ਨਾ ਹੋਣ ਕਾਰਨ ਇੱਕ ਚਿਹ ਜਿਹੀ ਚੜੀ ਪਈ ਸੀ। ਖਾਮੋਸ਼ ਪੈ ਗਈ ਬੈਠਕ ਵਿੱਚ ਉਸਦਾ ਸਾਹ ਸੁੱਕ ਰਿਹਾ ਸੀ। ਰੂਪ ਨੇ ਹੱਥ ਧੋ ਕੇ ਰੋਟੀ ਵਾਲਾ ਥਾਲ ਮੇਜ਼ ਤੇ ਲਿਆ ਰੱਖਿਆ। ਰੂਪ ਦੇ ਚਲੀ ਜਾਣ ਮਗਰੋਂ ਮਾਲਣ ਨੇ ਹਰੀ ਸਿੰਘ ਨੂੰ ਗੱਲ ਤੁਰਨ ਲਈ ਇਸ਼ਾਰਾ ਦਿੱਤਾ। ਉਸ ਮਾਮੂਲੀ ਖੰਗੂਰਦਿਆਂ ਕਿਹਾ, ਸਰਦਾਰ ਜੀ, ਮੈਂ ਆਪਣੀ ਜੱਗੋ ਦੇ ਸਾਕ ਬਾਰੇ ਸ਼ੇਰਿਆਣੇ ਇੱਕ ਥਾਂ ਵੇਖੀ। ਚੰਗੀ ਗੱਲ ਏ। ਬੂੜ ਸਿੰਘ ਥੋੜਾ ਸੰਜੀਦਾ ਹੋ ਗਿਆ। ਮੁੰਡੇ ਨੇ 12ਵੀਂ ਦਾ ਇਮਤਿਹਾਨ ਦਿੱਤਾ ਏ, ਅੰਦਰਲਾ ਘਰ ਪੱਕਾ ਹੈ ਤੇ ਹਵੇਲੀ ਵੀ ਖੁੱਲੀ ਡੁੱਲੀ ਏ। ਵੱਡਾ ਭਰਾ ਹਲਵਾਈ ਕਰਦਾ ਏ, ਛੋਟਾ ਪਿੰਡੀ ਪੜਦਾ ਏ। 2 ਭੈਣਾਂ ਵਿਆਹੀਆਂ ਵਰੀਆਂ ਨੇ। ਮੁੰਡੇ ਨੂੰ 18ਵੀਂ ਕਮਾ ਜ਼ਮੀਨ ਵੀ ਆਉਂਦੀ ਏ। ਤੇ ਹਰੀ ਸਿੰਘ ਰੂਪ ਨੂੰ ਵੇਖ ਕੇ
ਗੱਲ ਕਰਨੋਂ ਰੁਕ ਗਿਆ। ਪਰ ਜ਼ਿਲ੍ਹੇਦਾਰ ਨੇ ਕੋਈ ਪਰਵਾਹ ਨਾ ਕਰਦਿਆਂ ਜਵਾਬ ਦਿੱਤਾ, ਬਸ ਜੇ ਤੁਹਾਡੇ ਭੈਣ ਭਰਾਵਾਂ ਦੇ ਪਸੰਦ ਮੈਨੂੰ ਪੁੱਛਣ ਦੀ ਕੀ ਲੋੜ ਹੈ। ਉਸ ਦੀ ਖੁਸ਼ਕੀ ਨੇ ਗੱਲ ਨੂੰ ਵਿਚਕਾਰੋਂ ਵੱਢ ਕੇ ਰੱਖ ਦਿੱਤਾ। ਰੂਪ ਫੁਲਕਾ ਰੱਖ ਕੇ ਚਲੀ ਗਈ। ਉਸ ਦੀ ਹਿੱਕ ਅੰਦਰ ਚੁੱਲ੍ਹੇ ਵਾਂਗ ਇੱਕ ਅੱਗ ਹਮੇਸ਼ਾ ਬੁਝਦੀ ਰਹਿੰਦੀ। ਸਰਦਾਰ ਜੀ, ਅਸੀਂ ਤੁਹਾਡੀ ਮਰਜ਼ੀ ਬਿਨਾਂ ਸਾਕ ਕਿਵੇਂ ਕਰ ਸਕਦੇ? ਹਰੀ ਸਿੰਘ ਲਗਾਤਾਰ ਮਾਲਣ ਵੱਲੋਂ ਮਿਲ ਰਹੇ ਇਸ਼ਾਰੇ ਦੇ ਅਨੁਸਾਰ ਚੱਲ ਰਿਹਾ ਸੀ। ਮੈਂ ਉਚੇਚਾ ਇਸੇ ਕੰਮ ਲਈ ਆਇਆ ਹਾਂ। ਕੁੜੀ ਤੁਹਾਡੀ ਹੈ, ਮੈਂ ਪਾਲ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ। ਹੁਣ ਤੁਸੀਂ ਜਾਣੋ ਤੁਹਾਡਾ ਕੰਮ। ਨਾ ਜੀ, ਹੁਣ ਤੁਸੀਂ ਰਿੱਧੀ ਖੀਰ ਤੇ ਸਵਾਹ ਨਾ ਤੋੜੋ। ਬੂੜ ਸਿੰਘ ਦੀ ਜ਼ਿੱਦ ਹੋਰ ਪੀੜੀ ਹੋ ਜਾਣ ਦੇ ਡਰੋਂ ਮਾਲਣ ਬੋਲਣਾ ਨਹੀਂ ਚਾਹੁੰਦੀ ਸੀ, ਪਰ ਉਸਨੂੰ ਹੁਣ ਬੋਲਣਾ ਹੀ ਪੈ ਗਿਆ। ਸਰਦਾਰ ਜੀ, ਸਾਕ ਵੀ ਹੋ ਜਾਵੇਗਾ, ਵਿਆਹ ਵੀ ਅੜਿਆ ਨਹੀਂ ਰਹਿੰਦਾ, ਪਰ ਤੁਹਾਡੇ ਕੀਤੇ ਕਿਰਾਏ ਤੇ ਪਾਣੀ ਫਿਰਦਾ ਏ। ਜਹਾਨ ਕੀ ਆਖੇਗਾ, ਇਹ ਸੋਚ ਲਵੋ। ਜਗਰੂ ਫਿਰ ਗਰਮ ਫੁਲਕਾ ਲੈ ਆਈ, ਪਰ ਬੂੜ ਸਿੰਘ ਨੇ ਥੋੜੇ ਗੁੱਸੇ 'ਚ ਥਾਲੀ ਸਰਕਾ ਦਿੱਤੀ। ਉਂਝ ਉਸਦੀ ਭੁੱਖ ਵੀ ਪੂਰੀ ਹੋ ਚੁੱਕੀ ਸੀ। ਬਸ ਕੁੜੀਏ, ਮੈਂ ਨਹੀਂ ਖਾਣੀ। ਉਹ ਪਾਣੀ ਵਾਲਾ ਗਲਾਸ ਚੁੱਕ ਕੇ ਖਲੋ ਗਿਆ। ਰੂਪੀ ਨੇ ਚੂਲੀ ਕਰਵਾ ਕੇ ਭਾਂਡੇ ਸਮੇਟ ਲਏ। ਉਹ ਸੋਚ ਰਹੀ ਸੀ, ਕੁੜੀਆਂ ਕਿਉਂ ਜੰਮਦੀਆਂ ਹਨ ਤੇ ਫਿਰ ਮੇਰੇ ਵਰਗੀਆਂ। ਉਹ ਆਪਣੇ ਆਪ ਵਿੱਚ ਅੰਤਾਂ ਦੀ ਖਿਝੀ ਹੋਈ ਸੀ। ਜ਼ਿਲ੍ਹੇਦਾਰ ਨੇ ਤੌਲੀਏ ਨਾਲ ਹੱਥ ਸਾਫ਼ ਕਰਨ ਪਿੱਛੋਂ ਪੈਂਟ ਦਾ ਉਤਲਾ ਪੀੜਾ ਲਾ ਲਿਆ। ਮਾਲਣ ਦੀ ਗੱਲ ਉਹ ਜਾਣ ਕੇ ਪੀ ਗਿਆ ਸੀ। ਮਾਲਣ ਨੇ ਮਹਿਸੂਸ ਕੀਤਾ, ਇਹ ਦਫ਼ਤਰ ਨੂੰ ਜਾ ਰਹੇ ਹਨ ਤੇ ਗੱਲ ਦਾ ਕੋਈ ਸਿਰਾ ਵੀ ਨਹੀਂ ਲੱਗਿਆ। ਆਖਰ ਤੁਸੀਂ ਫੈਸਲਾ ਕਿਉਂ ਨਹੀਂ ਕਰਦੇ? ਇਹਨਾਂ ਦੇ ਹਾੜੀ ਦੇ ਕੰਮ ਦਾ ਵੀ ਖਿਆਲ ਕਰੋ। ਤੁਹਾਡੇ ਪਸੰਦ ਹੈ ਤਾਂ ਮੈਨੂੰ ਕਿਉਂ ਪੁੱਛਦੇ ਹੋ? ਬੂੜ ਸਿੰਘ ਨੇ ਘੜਿਆ ਘੜਾਇਆ ਉੱਤਰ ਮੋੜ ਦਿੱਤਾ। ਜੀ, ਸਵੇਰੇ ਤੁਹਾਨੂੰ ਛੁੱਟੀ ਵੀ ਹੈ ਤੇ ਆਪਾਂ ਚੱਲ ਕੇ ਤਸੱਲੀ ਕਰੀਏ। ਜੇ ਠੀਕ ਜਚੇ ਤਦ। ਅੱਗੇ ਹਰੀ ਸਿੰਘ ਨੇ ਗੱਲ ਸਮਝਾਉਣ ਲਈ ਗੱਲ ਅਧੂਰੀ ਛੱਡ ਦਿੱਤੀ। ਅਸੀਂ ਤੁਹਾਡੇ ਬਿਨਾਂ ਸਾਕ 3 ਕਾਲ ਨਹੀਂ ਕਰਨਾ, ਉਸ ਪੂਰੇ ਮਾਨ ਤੇ ਤਾਣ ਨਾਲ ਆਖਿਆ। ਪਰ ਬੂੜ ਸਿੰਘ ਮੱਥਾ ਵੱਟਾਂ ਨਾਲ ਭਰੀ ਕੋਈ ਜਵਾਬ ਦਿੱਤੇ ਬਿਨਾਂ ਚੁੱਪਚਾਪ ਦਫ਼ਤਰ ਨੂੰ ਚਲਿਆ ਗਿਆ। ਇਸ ਦਾ ਦੂਜਾ ਭਾਗ, ਯਾਨੀ ਤੀਜੇ ਐਪੀਸੋਡ ਦਾ ਦੂਜਾ ਭਾਗ ਆਪਾਂ ਅਗਲੇ ਹਿੱਸੇ 'ਚ ਕਰਾਂਗੇ।